ਹੈਲੋ ਸਟੂਡੈਂਟਸ, ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਕਲਾਸ 11 ਦਾ ਚੈਪਟਰ ਨੰਬਰ 2 ਸ਼ੁਰੂ ਕਰਨ ਜਾ ਰਹੇ ਹਾਂ। ਇਸ ਦੇ ਵਿੱਚ ਸਭ ਤੋਂ ਪਹਿਲਾ ਟੌਪਿਕ ਆਂਦਾ ਹੈ ਵਟ ਇਜ਼ ਏ ਕਾਰਟੇਸ਼ੀਅਨ ਪ੍ਰੋਡਕਟ ਆਫ ਟੂ ਸੈਟਸ। ਉਸ ਦੇ ਲਈ ਸੁਣਨੇ ਪਹਿਲਾਂ ਆਲਰੇਡੀ ਪਹਿਲੇ ਚੈਪਟਰ ਦੇ ਵਿੱਚ ਸੈੱਟ ਤਾਂ ਤੁਸੀਂ ਪੜ੍ਹ ਹੀ ਚੁੱਕੇ ਹੋ ਵੀ ਸੈੱਟ ਕੀ ਹੁੰਦਾ। ਆਪਣੇ ਕੋਲ ਮੇਨ ਇਸ ਚੈਪਟਰ ਦੇ ਵਿੱਚ ਇੰਪੋਰਟੈਂਟ ਰਹੇਗਾ ਵੀ ਸੈੱਟ ਨੂੰ ਆਪਾਂ ਲਿਖਦੇ ਕਿਵੇਂ ਸੀਗੇ। ਸੈੱਟ ਨੂੰ ਲਿਖਣ ਵਾਸਤੇ ਦੋ ਮੈਥਡ ਹੁੰਦੇ ਸੀ, ਇੱਕ ਰੋਸਟਰ ਫਾਰਮ ਹੁੰਦੀ ਸੀ ਤਾਂ ਰੋਸਟਰ ਮੈਥਡ ਹੁੰਦਾ ਸੀ। ਸੈਕਿੰਡ ਜਿਹੜੀ ਹੈਗੀ ਸੀ ਦੈਟ ਇਜ਼ ਸੈੱਟ ਬਿਲਡਰ ਫਾਰਮ। ਇਹ ਆਪਾਂ ਦੋ ਫਾਰਮ ਜਿਹੜੀਆਂ ਹੈਗੀਆਂ ਫਸਟ ਚੈਪਟਰ ਦੇ ਵਿੱਚ ਆਲਰੇਡੀ ਪੜ੍ਹ ਚੁੱਕੇ ਹੋ। ਇੱਕ ਤੁਹਾਨੂੰ ਪੜ੍ਹਿਆ ਜਿਹੜੇ ਸੈੱਟ ਆਪਣੇ ਕੋਲ ਸੈੱਟ ਹੁੰਦਾ ਸੀ, ਇਹ ਹਮੇਸ਼ਾ ਇੰਗਲਿਸ਼ ਦੇ ਕੈਪੀਟਲ ਲੈਟਰਸ ਨਾਲ ਹੀ ਲਿਖੇ ਜਾਂਦੇ ਨੇ। ਤਾਂ ਰੋਸਟਰ ਫਾਰਮ ਦੀ ਅਗਰ ਕੋਈ ਐਗਜ਼ਾਮਪਲ ਲਈਏ, ਦੇਸੀ 1 2 3 ਜੇ ਸਾਰੇ ਜਿਹੜੇ ਐਲੀਮੈਂਟਸ ਨੇ ਇਹਦੇ ਵਿੱਚ ਆਪਾਂ ਲਿਖ ਸਕਦੇ ਹਾਂ ਬਾਈ ਸੈਪਰੇਟਿੰਗ ਵਿਦ ਕੋਮਾਸ। ਸੈੱਟ ਬਿਲਡਰ ਫਾਰਮ ਵੀ ਲਿਖਿਆ ਤਾਂ ਇਹ ਵੀ ਕਰਲੀ ਬ੍ਰੈਕਟ ਦੇ ਵਿੱਚ ਹੀ ਜਾਂਦਾ, ਲੇਕਿਨ ਇੱਥੇ ਅਗਰ ਕੋਈ ਐਲੀਮੈਂਟ ਲਿਖੀਏ ਇੱਥੇ ਉਹਦੀ ਪ੍ਰੋਪਰਟੀ ਲਿਖ ਦਿਓ। ਇਹੀ ਉਹਦਾ ਲਿਖਣ ਦਾ ਜਿਹੜਾ ਮੈਥਡ ਸੀਗਾ। ਜਿਵੇਂ ਮੈਂ ਇਹਦੀ ਇੱਕ ਐਗਜ਼ਾਮਪਲ ਤੁਹਾਨੂੰ ਲੈ ਕੇ ਸਮਝਾ ਸਕਦਾ। ਜਿਵੇਂ ਸਪੋਜ਼ ਕਰ ਲਓ ਤੁਹਾਨੂੰ ਕੋਈ ਕਲਾਸ ਸਕੂਲ ਦੇ ਵਿੱਚ ਕੋਈ ਟੀਚਰ ਆਪਣਾ ਕਹਿ ਦੇ ਵੀ ਜਾਓ ਇੱਕ ਕਲਾਸ ਦੇ ਵਿੱਚ ਇੱਕ ਸਟੂਡੈਂਟ ਨੂੰ ਬੁਲਾ ਕੇ ਲੈ ਕੇ ਆਓ, ਤਾਂ ਪਹਿਲਾਂ ਕੀ ਕਹੇਗਾ ਉਹ, ਤਾਂ ਅਗਰ ਤੁਸੀਂ ਲਿਖੀਏ ਇੱਥੇ ਐਕਸ ਇੱਕ ਸਟੂਡੈਂਟ ਬੁਲਾ ਕੇ ਲੈ ਕੇ ਆਣਾ। ਜਿਹੜਾ ਐਕਸ ਇੱਕ ਸਟੂਡੈਂਟ ਹੈ, ਪਹਿਲਾਂ ਤਾਂ ਹੁਣ ਦੇਖੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਐਕਸ ਕਿਹੜੀ ਕਲਾਸ ਦੇ ਵਿੱਚ ਹੈ। ਸਪੋਜ਼ ਕਰ ਲਓ ਤਾਂ ਉਹਦਾ ਪੂਰਾ ਬਾਇਓਡਾਟਾ ਤੁਹਾਨੂੰ ਇੱਥੇ ਲਿਖਣਾ ਪਏਗਾ। ਮੰਨ ਲਓ ਇਹਦੇ ਐਕਸ ਕਲਾਸ 11 ਦਾ ਸਟੂਡੈਂਟ ਹੋਵੇ ਜਾਂ ਕਲਾਸ 12 ਦਾ ਸਟੂਡੈਂਟ ਮੰਨ ਲਓ ਬੁਲਾ ਕੇ ਲੈ ਕੇ ਆਉਣਾ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕਿਹੜੇ ਮਰਜ਼ੀ ਸਟੂਡੈਂਟ ਨੂੰ ਬੁਲਾ ਸਕਦੇ ਹੋ। ਤਾਂ ਤੁਹਾਡੇ ਕੋਲ ਕਿੰਨੀਆਂ ਆਪਸ਼ਨ ਬਣ ਗਈਆਂ, ਜਿੰਨੇ ਵੀ ਕਲਾਸ 12 ਦੇ ਵਿੱਚ ਸਟੂਡੈਂਟ ਪੜ੍ਹਦੇ ਤੁਸੀਂ ਕਿਸੇ ਮਰਜ਼ੀ ਨੂੰ ਬੁਲਾ ਕੇ ਲੈ ਕੇ ਆ ਸਕਦੇ ਹੋ। ਲੇਕਿਨ ਜੇ ਉਹ ਇਹ ਕਹਿ ਦੇ ਟੀਚਰ ਕਹਿ ਦੇ ਆਪਣੇ ਕੋਲ ਵੀ ਐਕਸ ਜਿਹੜਾ ਇੱਕ ਗਰਲ ਹੋਣੀ ਚਾਹੀਦੀ ਹੈ। ਸੈਕਿੰਡ ਮੰਨ ਲਓ ਉਹਦਾ ਨਾਲ ਹੋਰ ਉਹਦਾ ਪਰਟੀਕੂਲਰ ਦੇ ਦੇ ਹੂਜ਼ ਨੇਮ ਜਿਹੜਾ ਹੈਗਾ ਨੇਮ ਸਟਾਰਟਸ ਵਿਦ, ਆਪਾਂ ਲਿਖ ਦਿੰਦੇ ਹਾਂ ਵਿਦ ਮੰਨ ਲਓ ਐਸ ਕਰਤਾ, ਤਾਂ ਫਿਰ ਤੁਸੀਂ ਪਰਟੀਕੂਲਰ ਜਿਹੜੇ ਐਸ ਵਾਲੇ ਨੇਮ ਵਾਲੇ ਬੱਚੇ ਨੇ ਉੱਥੇ ਜਾ ਕੇ ਉਹਨਾਂ ਨੂੰ ਬੁਲਾ ਕੇ ਲੈ ਕੇ ਆਉਂਗੇ। ਉਹ ਵੀ ਇੱਕ ਗਰਲ ਸਟੂਡੈਂਟ ਵੀ ਹੋਣੀ ਚਾਹੀਦੀ ਹੈ, ਉਹਦਾ ਨੇਮ ਐਸ ਤੋਂ ਸ਼ੁਰੂ ਹੋਣਾ ਚਾਹੀਦਾ ਹੈ, ਉਹ ਕਲਾਸ 12 ਦਾ ਸਟੂਡੈਂਟ ਹੋਣਾ ਚਾਹੀਦਾ। ਤਾਂ ਉਸ ਬੱਚੇ ਨੂੰ ਜਾ ਕੇ ਤੁਸੀਂ ਬੁਲਾ ਕੇ ਲੈ ਕੇ ਆਓਗੇ। ਇਹ ਸੈੱਟ ਬਿਲਡਰ ਫਾਰਮ ਹੈ। ਜਿਵੇਂ ਆਪਾਂ ਨੇ ਇੱਕ ਉੱਪਰ ਵਾਲੀ ਫਾਰਮ ਪੜ੍ਹੀ ਹੈ, ਅਗਰ ਇਸ ਸੈੱਟ ਨੂੰ ਤੁਸੀਂ ਸੈੱਟ ਬਿਲਡਰ ਫਾਰਮ ਦੇ ਵਿੱਚ ਲਿਖਣਾ ਚਾਹੋਗੇ ਤਾਂ ਕੀ ਹੋ ਜਾਏਗਾ, ਐਕਸ ਇਜ਼ ਇੱਕ ਦੇਖੋ ਕਿਸ ਨੰਬਰ ਦੇ ਵਿੱਚ, ਪਹਿਲਾਂ ਨੰਬਰ ਦੇਖਣੇ ਪੈਣਗੇ ਕਿਹੜੇ ਨੰਬਰ ਸਿਸਟਮ ਦੇ ਵਿੱਚ ਨੇ, ਕਿਸ ਕਲਾਸ ਦੇ ਵਿੱਚ ਨੇ। ਉਹ ਹੈਗੇ ਨੇ ਨੈਚੁਰਲ ਨੰਬਰ। ਉਸ ਤੋਂ ਬਾਅਦ ਨੈਚੁਰਲ ਨੰਬਰ 1 ਤੋਂ ਲੈ ਕੇ ਕੋਈ ਮਰਜ਼ੀ ਲਿਖ ਸਕਦੇ ਸੀਗੇ। ਤਾਂ ਆਪਾਂ ਕੀ ਹੋਣਾ ਚਾਹੀਦਾ, ਜਿਹੜਾ ਐਕਸ ਹੈਗਾ ਉਹ 11 ਤੋਂ ਲੈਸ ਹੋਵੇ ਜਾਂ 10 ਦੇ ਲੈਸ ਜਾਂ ਲੈਸ ਦੈਨ ਇਕੁਅਲ ਟੂ ਵੀ ਲਿਖ ਸਕਦੇ ਹੋ। ਤਾਂ ਇਹ ਆਪਣੇ ਕੋਲ ਸੇਮ ਸੈੱਟ ਜਿਹੜਾ ਹੈਗਾ ਉਸ ਨੂੰ ਆਪਾਂ ਸੈੱਟ ਬਿਲਡਰ ਫਾਰਮ ਦੇ ਵਿੱਚ ਲਿਖ ਲਿਆ। ਇਹ ਮੈਂ ਤਾਂ ਪੜ੍ਹਾ ਰਿਹਾ ਕਿਉਂਕਿ ਇਹਦੇ ਕਾਰਟੇਸ਼ੀਅਨ ਪ੍ਰੋਡਕਟ ਦੇ ਵਿੱਚ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਪੈਣੀ ਹੈ, ਸੈੱਟ ਨੂੰ ਲਿਖਿਆ ਕਿਵੇਂ ਜਾਂਦਾ। ਉਸ ਤੋਂ ਬਾਅਦ ਆਪਣੇ ਕੋਲ ਹੁਣ ਨੈਕਸਟ ਜਿਹੜਾ ਹੈਗਾ, ਅਗਰ ਆਪਾਂ ਕਲਾਸ ਜਿਹੜਾ ਆਪਾਂ ਨੈਕਸਟ ਟੌਪਿਕ ਹੈਗਾ ਆਪਣੇ ਕੋਲ ਕੰਸਰਨ ਵਿਦ ਦਿਸ ਚੈਪਟਰ, ਉਹ ਹੈਗਾ ਵਟ ਇਜ਼ ਏ ਕਾਰਟੇਸ਼ੀਅਨ ਪ੍ਰੋਡਕਟ ਆਫ ਟੂ ਸੈਟਸ। ਹੁਣ ਆਪਾਂ ਕਾਰਟੇਸ਼ੀਅਨ ਪ੍ਰੋਡਕਟ ਡਿਫਾਈਨ ਕਰਨਾ ਚਾਹੁੰਦੇ ਹਾਂ, ਤਾਂ ਉਸ ਦੇ ਲਈ ਆਪਾਂ ਕੀ ਕਰਾਂਗੇ, ਸਪੋਜ਼ ਕਰ ਲਓ ਇਹ ਜਿਹੜੀ ਜਨਰਲ ਜਿਹੜੀ ਡੈਫੀਨੇਸ਼ਨ ਹੈਗੀ ਹੈ, ਮੈਥਮੈਟੀਕਲੀ ਡੈਫੀਨੇਸ਼ਨ ਹੈਗੀ ਆ, ਉਹ ਮੈਂ ਪਹਿਲਾਂ ਲਿਖ ਦਿੰਦਾ ਇੱਥੇ। ਇਹ ਸੈੱਟ ਆਫ ਆਰਡਰਡ ਪੇਅਰ ਹੁੰਦਾ ਹੈ। ਆਪਾਂ ਇੱਥੇ ਦੋ ਸੈੱਟ ਲਏ ਨੇ A ਐਂਡ B। ਅਗਰ ਤੁਸੀਂ ਉਹਨਾਂ ਦਾ ਕਾਰਟੇਸ਼ੀਅਨ ਪ੍ਰੋਡਕਟ ਡਿਫਾਈਨ ਕਰਨਾ ਚਾਹੁੰਦੇ ਹੋ, ਉਹ ਹੋਏਗਾ ਸੈੱਟ ਆਫ ਆਲ ਯੂਨੀਕ ਆਰਡਰਡ ਪੇਅਰ। ਜਿੰਨੇ ਵੀ ਇਹਦੇ ਆਰਡਰਡ ਪੇਅਰ ਬਣਦੇ ਨੇ ਉਹ ਸਾਰੇ ਤੁਸੀਂ ਲਿਖਣੇ ਨੇ। ਲੇਕਿਨ ਆਰਡਰ ਦਾ ਮਤਲਬ ਕੀ ਹੋਇਆ ਇੱਥੇ, ਇਹ ਧਿਆਨ ਰੱਖਣਾ ਇਹ 'ਚ ਮੇਨ ਵਰਡ ਜਿਹੜਾ ਹੈਗਾ ਵੀ ਆਰਡਰਡ ਪੇਅਰ ਹੈ ਕੀ ਹੈ। ਜਿਵੇਂ ਆਪਾਂ ਇੱਕ ਪੇਅਰ ਲਿਖ ਲਿਆ, ਮੈਨੇ 1 2 ਲਿਖ ਲਿਆ, ਇੱਕ ਪੇਅਰ ਆਫ 2 ਐਲੀਮੈਂਟ ਹੈ, ਦਿਸ ਇਜ਼ ਨੋਟ ਇਕੁਅਲ ਟੂ 2 1। ਠੀਕ ਹੈ, ਇਹ ਨਹੀਂ ਹੈਗਾ ਵੀ ਤੁਸੀਂ ਮਤਲਬ ਕਿ ਇਹਦੇ ਵਿੱਚ ਆਰਡਰ ਆਪਣੀ ਮਰਜ਼ੀ ਨਾਲ ਚੇਂਜ ਕਰਤਾ। ਇਹ ਮੇਨ ਇਹਦੇ ਵਿੱਚ ਆਰਡਰ ਦਾ ਮਤਲਬ ਹੈ ਇਟ ਇਜ਼ ਪੇਅਰ ਆਫ 2 ਨੰਬਰ। ਸੋ ਇਹ ਆਰਡਰਡ ਪੇਅਰ ਹੈ। ਅਗਰ ਆਪਾਂ ਇਸ ਨੂੰ ਹੁਣ ਆਫੀਸ਼ੀਅਲ ਡੈਫੀਨੇਸ਼ਨ ਲਿਖਦੇ ਹਾਂ ਇਸ ਦੀ, ਉਹ ਹੈਗੀ ਹੈ ਐਕਸ ਵਾਈ ਇੱਕ ਆਰਡਰਡ ਪੇਅਰ ਲਿਖ ਲਿਆ। ਇਹ ਵਿੱਚ ਐਕਸ ਕਿੱਥੋਂ ਆਉਣਾ ਚਾਹੀਦਾ, ਐਕਸ ਜਿਹੜਾ ਹੈਗਾ ਪਹਿਲੇ ਸੈੱਟ ਦੇ ਵਿੱਚੋਂ ਆਉਣਾ ਚਾਹੀਦਾ, ਏ ਦੇ ਵਿੱਚੋਂ ਆਉਣਾ ਚਾਹੀਦਾ। ਜਿਹੜਾ ਵਾਈ ਜਿਹੜਾ ਸੈਕਿੰਡ ਕੋਆਰਡੀਨੇਟ ਵੀ ਕਹਿ ਸਕਦੇ ਹੋ, ਜਾਂ ਸੈਕਿੰਡ ਜਿਹੜਾ ਇਹਦਾ ਐਲੀਮੈਂਟ ਆਪਣੇ ਕੋਲ ਆਰਡਰ ਪੇਅਰ ਦਾ, ਇਟ ਮਸਟ ਕਮ ਫਰੋਮ ਬੀ। ਇਹ ਬੀ ਦੇ ਵਿੱਚੋਂ ਹੀ ਆਉਣਾ ਚਾਹੀਦਾ ਹੈ। ਸੋ ਇਹ ਆਪਣੇ ਕੋਲ ਡੈਫੀਨੇਸ਼ਨ ਹੋ ਗਈ। ਇਹਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਾਸਤੇ ਡੈਫੀਨੇਸ਼ਨ ਨੂੰ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ।
ਸਪੋਜ਼ ਕਰ ਲਓ ਆਪਣੇ ਕੋਲ ਕੋਈ ਸੈੱਟ ਹੈਗਾ A 1 2 3 ਲਿਖ ਲਿਆ, ਇੱਕ ਸੈੱਟ ਸੋਨੇ B ਲਿਖ ਲਿਆ, ਲੈਟ ਇਟ ਬੀ A B। ਇਹਦੇ ਵਿੱਚ ਆਪਣੇ ਕੋਲ 2 ਐਲੀਮੈਂਟ ਨੇ, ਇਸ ਸੈੱਟ ਦੇ ਵਿੱਚ ਆਪਣੇ ਕੋਲ 3 ਐਲੀਮੈਂਟਸ ਨੇ। ਤੇ ਹੁਣ ਤੁਸੀਂ ਇਹਦਾ ਕਾਰਟੇਸ਼ੀਅਨ ਪ੍ਰੋਡਕਟ ਡਿਫਾਈਨ ਕਰਨਾ ਚਾਹੁੰਦੇ ਹੋ, ਤਾਂ ਉਹਦੇ ਲਈ ਆਪਣੇ ਕੋਲ ਸਪੋਜ਼ ਕਰ ਲਓ ਇੱਥੇ ਆਪਾਂ ਇਹਦੇ ਐਲੀਮੈਂਟ ਲਿਖ ਲਏ ਦਿਸ ਵਨ, ਇੱਧਰ ਆਪਾਂ B ਦੇ ਐਲੀਮੈਂਟਸ ਲਿਖ ਲਏ ਦਿਸ ਵਨ। ਤਾਂ ਆਰਡਰਡ ਪੇਅਰ ਦੇਖੋ ਇਹਦੇ ਕਿਹੜੇ ਕਿਹੜੇ ਪੋਸੀਬਲ ਹੈਗੇ ਨੇ ਸਾਰੇ, ਠੀਕ ਹੈ। ਉਹਨੂੰ ਲਿਖਣ ਵਾਸਤੇ ਆਪਾਂ ਥੋੜਾ ਜਿਹਾ ਈਜ਼ੀ ਕਰਨ ਵਾਸਤੇ ਲਿਖ ਲਿਆ, ਵੈਸੇ ਤਾਂ ਆਪਾਂ ਡਾਇਰੈਕਟ ਹੀ ਲਿਖ ਸਕਦੇ ਸੀਗੇ। ਤਾਂ ਉਸ ਨੂੰ ਆਪਾਂ ਕੀ ਕਰਾਂਗੇ, ਦੇਖੋ ਪਹਿਲਾਂ ਕੀ ਬਣੇਗਾ, ਇਹ A ਵਾਲੇ ਐਲੀਮੈਂਟ ਨੇ, ਇੱਧਰ ਇਹ B ਵਾਲੇ ਐਲੀਮੈਂਟ ਨੇ। ਫਸਟ ਐਲੀਮੈਂਟ ਅਗਰ ਆਪਾਂ A ਕ੍ਰੋਸ B ਲਿਖਣਾ ਚਾਹੁੰਦੇ ਆ ਤਾਂ ਫਸਟ ਐਲੀਮੈਂਟ ਜਿਹੜਾ ਹੈਗਾ ਉਹ A ਦੇ ਵਿੱਚੋਂ ਆਏਗਾ, ਸੈਕਿੰਡ ਜਿਹੜਾ ਹੈਗਾ ਉਹ ਇਹਦੇ ਵਿੱਚੋਂ B ਦੇ ਵਿੱਚੋਂ ਆਏਗਾ। ਇਹਦੇ ਵਿੱਚ ਆਏਗਾ 1B ਬਣ ਗਿਆ, 2A ਬਣ ਗਿਆ, 2B ਬਣ ਗਿਆ, this is 3A 3B। ਸੋ ਵਟ ਇਜ਼ A ਕ੍ਰੋਸ B, ਇੱਥੇ ਆਪਣੇ ਕੋਲ ਜਿੰਨੇ ਵੀ ਐਲੀਮੈਂਟ ਕਿੰਨੇ ਪੇਅਰ ਬਣ ਗਏ, 6 ਪੇਅਰ ਬਣ ਗਏ, 1A 1B। so this is the Cartesian product of the given two sets A and B। ਇਹ ਦੇ ਐਲੀਮੈਂਟਸ ਬਣ ਗਏ। ਹੁਣ ਇਹਦੇ ਵਿੱਚ ਨਾ ਕਈ ਬੱਚਿਆਂ ਨੂੰ ਕਨਫਿਊਜ਼ਨ ਹੋ ਜਾਂਦੀ ਹੈ, ਮੰਨ ਲਓ ਜੇ ਕੋਈ ਕੁਐਸਚਨ ਪੁੱਛ ਲੇ, ਮੰਨ ਲਓ ਟਰੂ ਫਾਲਸ ਕੁਐਸਚਨ ਕ੍ਰੀਏਟ ਕਰ ਲਾਂ ਮੈਂ ਇੱਥੇ ਇੱਕ, ਜੇ ਕੋਈ ਪੁੱਛ ਲੇ ਵੀ ਇਹਦਾ 1 ਇਹਦਾ ਐਲੀਮੈਂਟ ਹੈਗਾ A ਕ੍ਰੋਸ B ਦਾ, ਇਹ ਫਾਲਸ ਹੈ। ਵਾਈ? ਕਿਉਂਕਿ ਦੇਖੋ ਇਹਦੇ ਵਿੱਚ ਜਿਹੜੇ ਐਲੀਮੈਂਟਸ ਨੇ ਨਾ, ਪੂਰੇ ਦਾ ਪੂਰਾ ਆਰਡਰਡ ਪੇਅਰ ਹੀ ਇਹਦਾ ਐਲੀਮੈਂਟ ਹੈ, ਇਹਦੇ ਵਿੱਚ 6 ਆਰਡਰਡ ਪੇਅਰ ਨੇ। ਤਾਂ ਕਾਰਟੇਸ਼ੀਅਨ ਪ੍ਰੋਡਕਟ ਦੇ ਵਿੱਚ ਜਿਹੜੇ ਐਲੀਮੈਂਟਸ ਹੁੰਦੇ ਨੇ ਉਹ ਆਰਡਰਡ ਪੇਅਰ ਹੁੰਦੇ ਨੇ, ਨਾ ਕਿ ਤੁਸੀਂ ਇਸ ਤਰ੍ਹਾਂ ਕੋਈ ਵੀ 1 ਲਿਖ ਲਿਆ, ਇਟ ਇਜ਼ ਨੋਟ ਐਲੀਮੈਂਟ ਆਫ ਦਿਸ ਵਨ। ਅਗਰ ਕੋਈ ਪੁੱਛ ਰਿਹਾ 2 ਇਹਦਾ ਐਲੀਮੈਂਟ ਹੈਗਾ, ਸੌਰੀ 2A ਇਹਦਾ ਐਲੀਮੈਂਟ ਹੈਗਾ ਹੀ ਹੈ, ਦਿਸ ਇਜ਼ ਟਰੂ, ਠੀਕ ਹੈ। ਇਸ ਤਰ੍ਹਾਂ ਦਾ ਮਤਲਬ ਕਿ ਕੁਐਸਚਨ ਆਪਾਂ ਟਰੂ ਫਾਲਸ ਵੀ ਕ੍ਰੀਏਟ ਕਰ ਸਕਦੇ ਹਾਂ। ਨੈਕਸਟ ਇਹਦੇ ਵਿੱਚ ਆਏਗਾ ਪੜ੍ਹਨ ਵਾਸਤੇ ਆਪਣੇ ਕੋਲ, ਅਗਰ ਆਪਾਂ ਨੰਬਰ ਆਫ ਐਲੀਮੈਂਟਸ ਦੇਖਣੇ ਹੋਣ, ਦੇਖੋ NA ਦਾ ਕੀ ਮਤਲਬ ਹੁੰਦਾ ਹੈ, ਇਹ ਤੁਹਾਨੂੰ ਪਹਿਲੇ ਚੈਪਟਰ ਦੇ ਵਿੱਚ ਪੜ੍ਹ ਚੁੱਕੇ ਹੋ ਆਲਰੇਡੀ। ਨੰਬਰ ਆਫ ਐਲੀਮੈਂਟਸ ਇਨ A, ਇਹਨੂੰ ਕਾਰਡਨੈਲਿਟੀ ਵੀ ਬੋਲ ਦਿੰਦੇ ਨੇ, ਆਰਡਰ ਆਫ ਸੈਟ ਵੀ ਬੋਲ ਦਿੰਦੇ ਨੇ। ਇਹਦਾ ਦੂਸਰਾ ਸਿੰਬਲ ਹੈਗਾ ਉਹ ਹੈਗਾ A ਦੇ ਆਲੇ ਦੁਆਲੇ ਆਪਾਂ ਇਸ ਤਰ੍ਹਾਂ ਮੋਡਲਸ ਵਾਲਾ ਸਿੰਬਲ ਯੂਜ਼ ਕਰਦੇ ਹਾਂ ਬਾਜ਼ ਲਗਾ ਕੇ, ਲੇਕਿਨ ਇਹ ਕੋਈ ਮੋਡਲਸ ਨਹੀਂ ਹੈਗਾ। ਤਾਂ ਇਹ ਆਪਣੇ ਕੋਲ ਨੰਬਰ ਆਫ ਐਲੀਮੈਂਟਸ ਆਪਾਂ ਲਿਖ ਸਕਦੇ ਹਾਂ। ਅਗਰ ਆਪਾਂ ਨੰਬਰ ਆਫ ਐਲੀਮੈਂਟਸ ਲਿਖਣੇ ਹੋਣ A ਕ੍ਰੋਸ B ਦੇ ਵਿੱਚ, ਤਾਂ ਕਿੰਨੇ ਆਣਗੇ, ਇਟ ਵਿਲ ਬੀ ਇਕੁਅਲ ਟੂ ਨੰਬਰ ਆਫ ਐਲੀਮੈਂਟ ਇਨ A ਇਨਟੂ ਨੰਬਰ ਆਫ ਐਲੀਮੈਂਟ ਇਨ B। ਤੇ ਆਪਣਾ ਕੋਲ ਫਸਟ ਰਿਜ਼ਲਟ ਆ ਗਿਆ। ਅਗਰ ਆਪਾਂ A ਕ੍ਰੋਸ B ਦੇ ਵਿੱਚ ਨੰਬਰ ਆਫ ਐਲੀਮੈਂਟ ਫਾਈਂਡ ਕਰਨੇ ਆ, ਇਟ ਵਿਲ ਬੀ ਇਕੁਅਲ ਟੂ ਨੰਬਰ ਆਫ ਐਲੀਮੈਂਟ ਇਨ A ਇਨਟੂ ਨੰਬਰ ਆਫ ਐਲੀਮੈਂਟ ਇਨ B। ਸੈਕਿੰਡ ਹੈਗਾ, ਅਗਰ ਆਪਣੇ ਕੋਲ ਇੱਕ ਐਲੀਮੈਂਟ ਮੰਨ ਲਓ ਕੋਈ ਵੀ A ਜਾਂ B ਜਾਂ ਆਪਣੇ ਕੋਲ 5 ਹੋ ਐਮਟੀ ਸੈੱਟ ਹੋ ਜਾਂਦਾ, ਐਮਟੀ ਸੈੱਟ ਮੀਨ ਜਿਹਦੇ ਵਿੱਚ ਕੋਈ ਵੀ ਐਲੀਮੈਂਟ ਨਹੀਂ ਹੈਗਾ, ਇਟ ਵਿਲ ਆਲਵੇਜ਼ ਇਕੁਅਲ ਟੂ 5, ਤਾਂ ਹਮੇਸ਼ਾ ਐਮਟੀ ਸੈੱਟ ਹੀ ਆਏਗਾ। ਅਗਰ ਇਹਦੇ ਨੰਬਰ ਆਫ ਐਲੀਮੈਂਟਸ ਤੁਸੀਂ ਲਿਖਣਾ ਚਾਹੋਗੇ ਤਾਂ ਨੰਬਰ ਆਫ ਐਲੀਮੈਂਟਸ ਕਿੰਨੇ ਹੋਣਗੇ, ਇਟ ਵਿਲ ਬੀ ਇਕੁਅਲ ਟੂ 0, 5 ਦੇ ਵਿੱਚ 0 ਐਲੀਮੈਂਟ ਹੁੰਦੇ ਆ। ਤੇ ਥਰਡ ਆ ਜਾਂਦਾ ਇੱਕ A ਕ੍ਰੋਸ B ਜਿਹੜਾ ਹੈਗਾ, ਇਹ ਜ਼ਰੂਰੀ ਨਹੀਂ ਹੈਗਾ ਵੀ B ਕ੍ਰੋਸ A ਦੇ ਇਕੁਅਲ ਹੀ ਹੋਏਗਾ, ਮੇ ਔਰ ਮੇ ਨੋਟ ਬੀ ਇਕੁਅਲ ਟੂ B ਕ੍ਰੋਸ A, ਉਹਦਾ ਡਿਪੈਂਡ ਕਰਦਾ ਨਾ, ਅਗਰ ਸੇਮ ਲੈ ਲਓਗੇ ਤਾਂ ਇਕੁਅਲ ਵੀ ਹੋ ਸਕਦੇ ਆ, ਮੇ ਨੋਟ ਬੀ ਇਕੁਅਲ ਟੂ B ਕ੍ਰੋਸ A, ਇਹ ਕੇਵਲ ਆ ਗਿਆ। ਅਗਰ ਕੋਈ ਵੀ ਸੈੱਟ ਇਹਨਾਂ ਦੇ ਵਿੱਚੋਂ ਇਨਫਿਨਿਟੀ ਹੋ ਜਾ, ਨੰਬਰ ਆਫ ਐਲੀਮੈਂਟਸ ਇਨਫਾਈਨਾਈਟ ਹੋ ਜਾਣਗੇ, ਮਤਲਬ ਇੱਕ ਸੈੱਟ A ਦੇ ਵਿੱਚ ਇਨਫਾਈਨਾਈਟ ਐਲੀਮੈਂਟ ਹੋਣ ਜਾਂ ਫਿਰ B ਦੇ ਵਿੱਚ ਇਨਫਾਈਨਾਈਟ ਐਲੀਮੈਂਟ ਹੋ ਜਾਣ, ਤਾਂ ਫਿਰ ਇਹਦੇ ਵਿੱਚ ਕੀ ਇੰਪਲਾਈ ਕਰੇਗਾ, ਤਾਂ ਨੰਬਰ ਆਫ ਐਲੀਮੈਂਟ ਇਨ A ਕ੍ਰੋਸ B ਵੀ ਆਪਣੇ ਕੋਲ ਇਨਫਿਨਿਟੀ ਹੀ ਹੋਣਗੇ, ਇਹ ਧਿਆਨ ਰੱਖਣਾ ਹਮੇਸ਼ਾ। ਤੋ ਹੁਣ ਤੱਕ ਆਪਾਂ ਕੀ ਪੜ੍ਹਿਆ ਵੀ ਕਾਰਟੇਸ਼ੀਅਨ ਪ੍ਰੋਡਕਟ ਆਫ ਟੂ ਸੈਟਸ ਅਗਰ ਆਪਾਂ ਡਿਫਾਈਨ ਕਰਨਾ ਹੋਵੇ, ਦਿਸ ਇਜ਼ ਸਿੰਪਲੀ ਨਥਿੰਗ ਬਟ ਸੈਟ ਆਫ ਆਰਡਰਡ ਪੇਅਰਸ, ਜਿਹਦੇ ਵਿੱਚ ਜਿਹੜਾ ਪਹਿਲਾ ਐਲੀਮੈਂਟ ਆ ਉਹ A ਚੋਂ ਲਿਖਣਾ ਤੇ ਦੂਸਰਾ ਐਲੀਮੈਂਟ ਆਪਾਂ B ਚੋਂ ਲਿਖਣਾ। ਕੁਛ ਇੱਕ ਆ ਫਾਰਮੂਲੇ ਪੜ੍ਹੇ ਨੇ, ਠੀਕ ਹੈ, ਇਹ ਸਾਰੇ ਤੁਸੀਂ ਦੇਖ ਸਕਦੇ ਹੋ। ਇੱਕ ਹੋਰ ਇਹਦੇ ਵਿੱਚ ਪੁਆਇੰਟ ਸੀਗਾ, ਅਗਰ ਸਪੋਜ਼ ਕਰ ਲਓ ਤੁਸੀਂ ਜਿਵੇਂ ਇੱਥੇ A ਕ੍ਰੋਸ B ਲਿਖਿਆ, ਅਗਰ ਤੁਸੀਂ B ਕ੍ਰੋਸ A ਲਿਖੋਗੇ ਤਾਂ ਫਿਰ ਕੀ ਰਹੇਗਾ, ਦੇਖੋ ਪਹਿਲਾ ਐਲੀਮੈਂਟ ਫਿਰ ਤੁਸੀਂ B ਚੋਂ ਲਿਖਣਾ ਤੇ ਦੂਸਰਾ ਐਲੀਮੈਂਟ ਜਿਹੜਾ ਹੈਗਾ A ਦਾ ਲਿਖਣਾ ਹੁਣ ਆਪਣੇ ਕੋਲ, ਦਿਸ ਇਜ਼ ਦਿਸ ਵਨ। ਫਿਰ ਆਏਗਾ B ਦੇ ਨਾਲ 1, ਫਿਰ ਆਏਗਾ A ਦੇ ਨਾਲ 2 ਆ ਜਾਏਗਾ,
B ਦੇ ਨਾਲ 2 ਆ ਜਾਏਗਾ, A ਦੇ ਨਾਲ 3 ਆ ਗਿਆ ਐਂਡ ਲਾਸਟ ਦੇ ਵਿੱਚ B ਦੇ ਨਾਲ 3 ਆ ਗਿਆ। ਤੁਸੀਂ ਦੇਖ ਸਕਦੇ ਹੋ ਵੀ ਜ਼ਰੂਰੀ ਨਹੀਂ ਹੈਗਾ ਵੀ A ਕ੍ਰੋਸ B ਤੇ B ਕ੍ਰੋਸ A ਹਮੇਸ਼ਾ ਇਕੁਅਲ ਹੀ ਹੋਣਗੇ, ਠੀਕ ਹੈ। ਇਸ ਤੋਂ ਬਾਅਦ ਹੈ ਇੱਕ ਰਿਜ਼ਲਟ ਹੋਰ ਪੜ੍ਹ ਲਓ। A ਸਕੇਅਰ ਦਾ ਕੀ ਮੀਨਿੰਗ ਹੋਏਗਾ ਆਪਣੇ ਕੋਲੇ A ਇੰਟੂ A, ਇਹ ਰਿਜ਼ਲਟ ਵੀ ਆਪਾਂ ਦੇਖ ਸਕਦੇ ਹਾਂ। ਨੈਕਸਟ ਹੁਣ ਆਪਾਂ ਕੁਝ ਇੱਕ ਐਗਜ਼ਾਮਪਲਸ ਲੈਣੇ ਆ ਇਸ ਨੂੰ ਸਮਝਣ ਵਾਸਤੇ। ਇੱਕ ਇੱਥੇ ਮੈंने ਇੱਕ ਕੁਐਸਚਨ ਲਿਖਿਆ, ਠੀਕ ਹੈ। ਇਹ ਕੁਐਸਚਨ ਨੂੰ ਸੋਲਵ ਕਰਨ ਲਈ ਆਪਾਂ ਕੀ ਦੇਖਦੇ ਹਾਂ, ਇਹਦੇ ਵਿੱਚ ਇੱਕ ਸੈੱਟ P ਡਿਫਾਈਨ ਕੀਤਾ ਹੋਇਆ, ਇੱਕ ਸੈੱਟ Q ਡਿਫਾਈਨ ਕੀਤਾ ਹੋਇਆ। थोड़ा बड़ा क्वेश्चन लिया ताकि कंसैप्ट थोड़ा चंगी तरह समझ आ जाए। तो P यूनियन Q ते P इंटरसैक्शन Q, तो जे आप इस तरह के क्वेश्चन करांगे तो NCERT के जोड़े क्वेश्चन नेगे वो कोई भी क्वेश्चन तुसीं लिखोगे नाम दी नाल हो जाएंगे। तो पहला की है हेयर वट इज़ P। P एक अपन को दस्या ना X की है, पहला देखो X एक 3 तो लैस है, एक नैचुरल नंबर है। तो किहड़े एलीमेंट्स ये आ सकते हैं, 3 तो लैस भी होन, नैचुरल नंबर भी होन, ये आएगा 1 ते 2। हुण क्यू सैट देखो, क्यू सैट की की डेफिनेशन है एक्स, एक एक्स लैस दैन इक्वल टू 2, एक्स इज ए होल नंबर, W स्टैंड्स फॉर लिखा ही हुआ क्वेश्चन के, इट इज सैट ऑफ होल नंबरस। तो होल नंबरस किहड़े हुंदे ने, नैचुरल नंबर के अगर आप 0 इंक्लूड कर दिए, 0 1 ये 2 भी इंक्लूड किया हुआ है, तो इक्वल टू लग्या हुआ है ना, 2 भी इंक्लूड किया हुआ है। सो हुण ये अपने को दोनों सैट आप सैट बिल्डर फॉर्म के डेफिनेशन गिवन सी, ते सोने ये दोनों सैट जिहड़े हैगे ने रोस्टर फॉर्म के लिख ले। फस्ट ऑफ ऑल आप की फाइंड करना है, P यूनियन Q फाइंड करना है। दोनों की यूनियन कर दो, दोनों को कंबाइन करके लिखोगे P यूनियन Q इन आ जाएगा। ये तुसीं ऑलरेडी फस्ट चैप्टर के रीड किया हुआ है। P इंटरसैक्शन Q मीन जिन्हों के कॉमन एलीमेंट्स किहड़े ने, तो कॉमन एलीमेंट्स है ने 1 ते 2, ये दोनों ये कॉमन एलीमेंट्स आ गए। नाउ यू हैव टू राइट कार्टेशियन प्रोडक्ट ऑफ दीज 2 सैट्स। अगर यदि आप कार्टेशियन प्रोडक्ट डिफाइन करना चाहते हैं तो कितनी आएगी, इट विल बी इक्वल टू, देखो फस्ट एलीमेंट कि लेना है, ये सैकेंड एलीमेंट आप ये लिखांगे। फस्ट एलीमेंट किहड़ा आ गया, देखो 0, ये हुण सैकेंड एलीमेंट आप लेवांगे P इंटरसैक्शन Q चों, दिस इज 1, वो 0 लिख लिया, फिर 2 आ गया। नैक्सट है हुण P यूनियन Q का सैकेंड एलीमेंट आप लिख लेने 1, 1 के नाल ऑर्डर पेयर बन जाएगा, इधर भी 1 आ गया, 1 के नाल 2, ये ईजिली देखा जा सकता, बहुत ईजी है, 2 2। दिस इज द कार्टेशियन प्रोडक्ट ऑफ द गिवन 2 सैट्स। नैक्सट अपने को एक होर कंसैप्ट आता है, वो आता है अगर अपने को 2 ऑर्डर पेयर ने वो इक्वल कदों होंदे ने, इक्वलिटी ऑफ 2 ऑर्डर पेयर। देखो मैं स्टार्टिंग पहला भी दस चुके हैं, देखो ऑर्डर का मतलब की है, दोनों जिवें मैं इत्थे लिख लिया एक्स वाई, अगर एक्स वाई मान लो मैनू कोई पूछ रहा भी 3 4 के इक्वल है, तो मतलब की होएगा भी एक्स जिहड़ा हैगा फस्ट कोआर्डिनेट इन कोआर्डिनेट बोल सकते हो, सैकेंड कोआर्डिनेट के इक्वल होना चाहिए, फस्ट कोआर्डिनेट के इक्वल होना चाहिए। दिस इंप्लाइज एक्स इज इक्वल टू 3, वाई इज इक्वल टू 4। मीन जिहड़ा 1 2 है ना, अगर कोई पूछ ले भी 2 1 के इक्वल है, ये ट्रू फॉल्स की हैगा कि नहीं हैगा, दिस इज नॉट ट्रू, ये फॉल्स है, ठीक है। क्योंकि ऑर्डर के आप पेयर का जो ऑर्डर है वो चेंज नहीं कर सकते, अपनी मर्जी नाल नहीं लिख सकते। हुण ये क्वेश्चन जो है अपने को गिवन आ, ये आप कोई भी एक पार्ट ले लो, ये सपोज कर लो आप फस्ट पार्ट ले लिया, ये अपने को 2 ऑर्डर पेयर गिवन ने इक्वल है, हेयर 2a + b, एक फस्ट ए का कोआर्डिनेट है, दिस इज सैकेंड कोआर्डिनेट, इसके इक्वल है। तो की इंप्लाई करेगा, देखो अगर 2 ऑर्डर पेयर इक्वल ने तो दिस इंप्लाइज जो फस्ट कोआर्डिनेट है वो फस्ट के इक्वल होएगा राइट हैंड साइड वाले पेयर के विचों, तो सैकेंड कोआर्डिनेट जिहड़ा हैगा वो सैकेंड के इक्वल हो गया। तो इन्होंने दोनों को सोल्व करके देखना, तो सोल्व करने लई तुसीं दोनों को ऐड ही कर दो, तो फस्ट प्लस सैकेंड अगर दोनों इक्वेशन ऐड करोगे तो अपने को की मिल गया, लैफ्ट हैंड साइड के लैफ्ट हैंड साइड ऐड कर दो,
ਰਾਈਟ हैंड साइड ਦੇ ਵਿੱਚ ਰਾਈਟ हैंड साइड ऐड करता तो b ਨਾਲ b कैंसिल हो गया 3a इज इक्वल टू 11 दिस इंप्लाइज a इज इक्वल टू 11/3 आ गया। सो ਹੁਣ a ਦੀ ਵੈਲਿਊ ਤੁਸੀਂ ਪੁੱਟ ਕਰ ਦੋ पुट a इन सेकंड तो कितना आ जाएगा 11/3 माइनस b इज इक्वल टू 3 तो ये की इंप्लाई करेगा अपने को तो b इज इक्वल टू 11/3 माइनस 3 दिस इज इक्वल टू 2/3 तो ये अपने को क्वेश्चन हो गया पूरा ऑर्डर पेयर वाला इक्वलिटी ऑफ ऑर्डर पेयर दे रिलेटेड हो गया। और क्वेश्चन लिखते हैं ये NCERT ਦਾ ਹੀ क्वेश्चन है ठीक है। इस क्वेश्चन ਦੇ ਵਿੱਚ ਕੀ ਦਿੱਤਾ ਹੋਇਆ ਆਪਣੇ ਕੋਲੇ A and B ਦੋ ਸੈੱਟ ਦਿੱਤੇ ਹੋਏ ਨੇ A ਦੇ ਵਿੱਚ ਨੰਬਰ ਆਫ ਐਲੀਮੈਂਟ ਦੱਸਦਾ B ਦੇ ਵਿੱਚ ਨੰਬਰ ਆਫ ਐਲੀਮੈਂਟਸ ਦੱਸਦਾ ਤੇ ਤੁਹਾਡੇ ਕੋਲ ਤਿੰਨ ਪੇਅਰ ਵੀ ਦੱਸਦੇ ਹੋਣੇ ਇਹ ਤਿੰਨੋਂ ਦੇ ਤਿੰਨੋਂ A cross B ਦੇ ਵਿੱਚ ਨੇ ਯੂ ਹੈਵ ਟੂ ਫਾਈਂਡ A and B ਤੇ क्वेश्चन ਥੋੜਾ ਇਹਦੇ ਵਿੱਚ A cross B ਦੇ ਐਲੀਮੈਂਟ ਦੱਸਦੇ A ਤੇ B ਦੇ ਐਲੀਮੈਂਟਸ ਫਾਈਂਡ ਕਰਨੇ ਆ। तो सब तो पहला देखो हेयर अगर इनू आप सोल्व करिए अगर आप नंबर ऑफ एलीमेंट्स देखने हो A क्रॉस B ਦੇ ਵਿੱਚ ਤਾਂ ਆਪਾਂ ਇੱਕ ਫਾਰਮੂਲਾ ਪੜਿਆ ਸੀ ਇਟ ਇਜ਼ ਇਕੁਅਲ ਟੂ NA ਇੰਟੂ NB ਤਾਂ ਨਾਲ ਦੀ ਨਾਲ ਆਪਣੇ ਕੋਲ ਨੰਬਰ ਆਫ ਐਲੀਮੈਂਟਸ ਦਾ ਆਪਾਂ ਨੂੰ ਜੱਜ ਹੋ ਜਾਏਗਾ A क्रॉस B ਦੇ ਵਿੱਚ ਚਲੋ ਵੈਸੇ ਇਹਦੀ ਆਪਾਂ ਨੂੰ ਲੋੜ ਨਹੀਂ ਜਸਟ ਵੈਸੇ ਆਪਾਂ ਇੱਕ ਐਕਸਟਰਾ ਦੇਖ ਲਿਆ ਵੀ A क्रॉस B ਦੇ ਵਿੱਚ ਕਿੰਨੇ ਐਲੀਮੈਂਟਸ ਨੇ। ਹੁਣ ਨੈਕਸਟ ਆਪਣੇ ਕੋਲ ਗਿਵਨ ਕੀ ਆ x1 y2 z1 ਇਹ ਸਾਰੇ ਆਪਣੇ ਕੋਲ ਗਿਵਨ ਨੇ these are elements of A cross B ਤੇ ਕੀ ਇੰਪਲਾਈ ਕਰੇਗਾ what does it imply ਤਾਂ ਇਹਦੇ ਵਿੱਚ ਆਪਣੇ ਕੋਲ ਕੀ ਆ ਰਿਹਾ ਹੈ ਦੇਖੋ ਜਿਹੜੇ ਆਪਾਂ ਪੜਿਆ ਸੀ ਵੀ ਪਹਿਲਾ ਜਿਹੜੇ ਪਹਿਲੇ ਕੋਆਰਡੀਨੇਟਸ ਨੇ ਨਾ ਸਾਰੇ x y z ਇਹ ਸਾਰੇ ਦੇ ਸਾਰੇ A ਦੇ ਵਿੱਚ ਹੀ ਹੋਣਗੇ ਜਿਹੜੇ ਸੈਕਿੰਡ ਕੋਆਰਡੀਨੇਟ ਲਿਖਿਆ 1 2 1 ਇਹ ਆਪਣੇ ਕੋਲ ਦੋ ਵਾਰ ਤਾਂ ਲਿਖਣ ਦੀ ਲੋੜ ਨਹੀਂ ਹੁੰਦੀ ਸੈੱਟ ਦੇ ਵਿੱਚ ਐਲੀਮੈਂਟ ਤਾਂ 1 ਤੇ 2 ਜਿਹੜੇ ਐਲੀਮੈਂਟ ਹੈਗੇ ਨੇ ਉਹ B ਦੇ ਵਿੱਚ ਹੋਣਗੇ ਤਾਂ ਇਹ ਕੀ ਇੰਪਲਾਈ ਕਰ ਗਿਆ A ਦੇ ਵਿੱਚ ਆਪਾਂ ਨੂੰ ਤਿੰਨ ਐਲੀਮੈਂਟਸ ਮਿਲ ਗਏ B ਦੇ ਵਿੱਚ ਦੋ ਐਲੀਮੈਂਟਸ ਮਿਲ ਗਏ ਠੀਕ ਹੈ ਇੱਥੇ ਐਂਡ ਲਿਖ ਦਿਓ ਐਂਡ ਜ਼ਿਆਦਾ ਬੈਟਰ ਹੈ। ਤਾਂ ਹੁਣ A ਦੇ ਵਿੱਚ ਇੱਥੇ ਕੁਐਸਚਨ ਦੇ ਵਿੱਚ ਗਿਵਨ ਕੀ ਹੈ ਦੇਖੋ ਇਹਦੇ ਨੰਬਰ ਆਫ ਐਲੀਮੈਂਟਸ ਵੀ 3 ਨੇ ਤੇ ਤਿੰਨ ਐਲੀਮੈਂਟਸ ਆਪਾਂ ਨੂੰ ਆਲਰੇਡੀ ਮਿਲ ਗਏ देयरफॉर A ਸੈੱਟ ਦੇ ਵਿੱਚ ਹੋਰ ਕੋਈ ਐਲੀਮੈਂਟ ਤਾਂ ਆ ਹੀ ਨਹੀਂ ਸਕਦਾ ਠੀਕ ਹੈ। ਦੇਖੋ ਅਗਰ ਆਪਣੇ ਕੋਲੇ ਨਾ ਦਿੱਤਾ ਹੋਇਆ ਹੁੰਦਾ ਇਹ ਵਾਲਾ ਪਾਰਟ ਵੀ ਨੰਬਰ ਆਫ ਐਲੀਮੈਂਟਸ ਨਾ ਦਿੱਤੇ ਹੁੰਦੇ ਤਾਂ ਆਪਾਂ ਪੂਰੇ ਦਾ ਪੂਰਾ ਸੈੱਟ ਨਹੀਂ ਡਿਫਾਈਨ ਕਰ ਸਕਦੇ ਸੀਗੇ ਇਸ ਕਰਕੇ ਉਹਨੇ ਨੰਬਰ ਆਫ ਐਲੀਮੈਂਟ ਦੱਸਦੇ। ਸਿਮਿਲਰਲੀ B ਦੇ ਵਿੱਚ ਐਲੀਮੈਂਟ ਹੈਗੇ ਨੇ 2 ਦੋਨੋਂ ਐਲੀਮੈਂਟ ਆਪਾਂ ਨੂੰ ਪਤਾ ਵੀ ਲੱਗ ਚੁੱਕੇ ਨੇ ਤਾਂ B ਕਿੰਨਾ ਬਣ ਗਿਆ ਦਿਸ ਇਜ਼ ਇਕੁਅਲ ਟੂ 1 2 ਇਸ ਤਰ੍ਹਾਂ ਆਪਾਂ ਨੂੰ B ਦੇ ਐਲੀਮੈਂਟਸ ਪਤਾ ਲੱਗ ਗਏ। ਇੱਕ ਕੁਐਸਚਨ ਹੋਰ ਕਰਦੇ ਹਾਂ ਇਹ ਹੈਗਾ ਆਪਣੇ ਕੋਲੇ ਕਾਰਟੀਸ਼ਨ ਪ੍ਰੋਡਕਟ A क्रॉस A ਦੇ ਵਿੱਚ ਐਲੀਮੈਂਟ ਦਿੱਤੇ ਹੋਏ ਨੇ 9 ਐਲੀਮੈਂਟਸ ਨੇ ਠੀਕ ਹੈ ਤੇ ਦੋ ਆਪਣੇ ਕੋਲ ਇਹ ਵੀ ਦੱਸਤਾ ਵੀ ਦੋ ਪੇਅਰ ਇਹਨੇ ਦੱਸਤੇ ਇਹ ਜਿਹੜੇ ਦੋਨੋਂ ਪੇਅਰ ਨੇ ਇਹ A क्रॉस A ਦੇ ਵਿੱਚ ਨੇ। ਇੱਥੇ ਆਪਣੇ ਕੋਲ ਦੇਖਦੇ ਆ ਪਹਿਲਾਂ ਵੀ A ਦੇ ਐਲੀਮੈਂਟਸ ਨਹੀਂ ਦੱਸੇ ਹੋਏ ਦੇਖੋ ਇਹ ਤਾਂ ਦੱਸਤਾ ਉਹਨੇ 9 ਐਲੀਮੈਂਟ ਨੇ ਹੁਣ ਆਪਣੇ ਕੋਲ ਪਤਾ ਹੋਣਾ ਚਾਹੀਦਾ ਵੀ A ਦੇ ਕਿੰਨੇ ਐਲੀਮੈਂਟ ਨੇ ਅਗਰ A ਦੇ ਐਲੀਮੈਂਟਸ ਨੂੰ ਨਾ ਪਤਾ ਹੋਣ ਫਿਰ ਤੁਸੀਂ ਸੈੱਟ A ਜਿਹੜਾ ਹੈਗਾ ਜਿਵੇਂ ਕੁਐਸਚਨ 'ਚ ਕਿਹਾ ਫਾਈਂਡ ਕਰਨਾ ਹੈ ਨਹੀਂ ਫਾਈਂਡ ਕਰ ਸਕਦੇ ਤਾਂ ਪਹਿਲਾਂ ਫਾਰਮੂਲਾ ਲਗਾ ਦਿਓ NA ਇੰਟੂ NA इज इक्वल टू 9 तो दिस इंप्लाइज नंबर ऑफ एलिमेंट कितने आ जाएंगे 3 आएंगे प्लस माइनस नहीं लिखना नंबर ऑफ एलिमेंट तब ठीक है 3 होएगा नेगेटिव तो हो नहीं सकते। तो सैकेंडली इस तो बाद तुसी की करना हुण -1 0 ये क्वेश्चन दे विच गिवन है दीज आर एलिमेंट ऑफ A क्रॉस A इट इज़ गिवन तो की इंप्लाई करेगा ਇਹਦਾ मतलब ਕੀ ਹੋਏਗਾ देखो -1 भी A ਦੇ ਵਿੱਚ ਆ ਗਿਆ ਆ 0 ਵੀ A ਦੇ ਵਿੱਚ ਆ ਗਿਆ ਇਸ ਤਰ੍ਹਾਂ 0 ਵੀ ਆਲਾ 1 ਵੀ ਜਿਹੜਾ ਹੈਗਾ A ਦੇ ਵਿੱਚ ਆ ਗਿਆ ਸੋ ਦਿਸ ਇੰਪਲਾਈ -1 0 1 ਇਹ ਤਿੰਨੋਂ ਐਲੀਮੈਂਟ A ਦੇ ਵਿੱਚ ਆ ਗਏ। ਨੰਬਰ ਆਫ ਐਲੀਮੈਂਟ ਕਿੰਨੇ ਨੇ ਇਹਦੇ ਵਿੱਚ 3 ਤਾਂ ਪੂਰੇ ਦਾ ਪੂਰਾ ਸੈੱਟ ਹੀ ਮਿਲ ਗਿਆ ਆਪਾਂ ਨੂੰ देयरफॉर A इज इक्वल टू -1 0 1। ਇੱਕ ਹੋਰ ਪਾਰਟ ਹੈ ਇਹਦੇ ਵਿੱਚ ਕਹਿੰਦਾ ਬਾਕੀ ਐਲੀਮੈਂਟਸ ਲਿਖ ਕੇ ਦਿਖਾਓ A क्रॉस A ਦੇ ਰਿਮੇਨਿੰਗ ਐਲੀਮੈਂਟਸ ਕਿਹੜੇ ਆਣਗੇ अपन को A क्रॉस A कितना आ जाएगा मतलब आप पूरा ही लिख लेने
अगर आप सैट में हुणे लिखने वास्ते आप की करते इतने -1 0 1 -1 0 1। देखो पहला पेयर कितना बन गया -1 1, अगला कितना बन जाएगा -1 0 फिर -1 1। ठीक है, ए दे एलीमेंट्स ने इधर भी इस तरफ भी। इस तो बाद आएगा 0 -1 0 0 0 1। इस तो बाद आ जाएगा अपने को 1 -1 1 0। ਆਪਾਂ ਇਸ ਤਰ੍ਹਾਂ ਦੀ ਅਰੇਂਜਮੈਂਟ ਬਣਾ ਲਈ। ਸੋ ਇਹਦੇ ਵਿੱਚ ਆਪਾਂ ਦੇਖਣਾ ਹੈ ਤਾਂ ਕੁਐਸਚਨ ਦੇ ਵਿੱਚ ਕੀ ਕਹਿ ਰਿਹਾ ਉਹ ਰਿਮੇਨਿੰਗ ਐਲੀਮੈਂਟਸ ਕੱਢਣੇ ਨੇ। ਇੱਥੇ ਆਪਣੇ ਕੋਲ ਰਿਮੇਨਿੰਗ ਐਲੀਮੈਂਟਸ ਫਾਈਂਡ ਕਰਨੇ ਆ, ਲਿਖ ਦਿੰਨੇ ਆ ਰਿਮੇਨਿੰਗ ਐਲੀਮੈਂਟਸ ਆਫ। ਤਾਂ ਇਹ ਦੋ ਪੇਰ -1 ਤੇ 0 -1 0 ਕਿੱਥੇ ਗਿਆ ਇਹ ਵਾਲਾ, ਇੱਕ ਤਾਂ ਇਹ ਨਹੀਂ ਲਿਖਣਾ, ਇੱਕ ਨਹੀਂ ਲਿਖਣਾ 0 1, ਇੱਕ ਇਹ ਨਹੀਂ ਲਿਖਣਾ। ਤਾਂ ਬਾਕੀ ਜਿਹੜੇ 7 ਨੇ पेयर ने वो तुम सारे इतने लिख दो। इतने ब्रैकेट लगाने की लोड़ नहीं क्योंकि सैट की फॉर्म से लिखने की लोड़ नहीं। आई थिंक तो -1 1 0 -1 ये अपना इसका आंसर आ गया। तो ये जिन्हें क्वेश्चन आप किए ने तुसीं ये एक्सरसाइज तेरी NCERT की आराम नाल कर लोगे। एक होर तुसीं ध्यान रखना है, कई बार मान लो फिर कोई 3 सैट मिल जान, ये तो आप 2 सैट का कार्टेशियन प्रोडक्ट पढ़िया है। सपोज कर लो इस तरह के कोई भी सैट तुसीं 3 सैट लिख ले, तो 3 सैट का भी कार्टेशियन प्रोडक्ट डिफाइन किया जा सकता है। ठीक है, अपने लिए ज़्यादा इंपॉर्टेंट नहीं हैगा, फिर भी अगर डिफाइन करना हो, अगर आप 3 सैट का कार्टेशियन प्रोडक्ट डिफाइन करना हो तो डेफिनेशन की बनेगी इस तरह ट्रिपलेट लिख ले। इस तरह के एक्स वाई जेड 3 एलीमेंट जोड़े है 3 ट्यूपल वाले, एक्स एलीमेंट ए का, वाई एलीमेंट जोड़ा है बी का, तो जोड़ा जैड एलीमेंट है सी का। तो इसनों तुसीं किवें लिखोगे, देखो पहला एलीमेंट तुहानूं लिखना इस दे विचों नंबर ऑफ एलीमेंट कितने आ जाएंगे। देखो ये 2 एलीमेंट है, 2 एलीमेंट ने, ये 2 एलीमेंट है, तो टोटल 6 अपने को इस तरह के ट्रिपलेट बन जाएंगे। तो यह आएगा 1 3 5, इस तो बाद आएगा 1 3 6, उस तो बाद 1 4 5, फिर आ जाएगा 6 नहीं बनने, सॉरी 2 × 2 × 2 ये बन जाएंगे 8 बनने। 1 4 6, उस तो 2 वाले लिख लो 2 3 5 2 3 6, देन 2 4 5 2 4 6। तो ये एलीमेंट्स बन जाएंगे A क्रॉस B क्रॉस C दे। एक सोने पढ़िया हुआ भी कार्टेशियन प्लेन जोड़ा होंदा है। ठीक है, वैसे सिंपल डेफिनेशन है थोड़ी, इट इज़ ऑलवेज इक्वल टू R स्केयर मीनस R क्रॉस R। इनू भी आप कार्टेशियन फॉर्म इस तरह ऑर्डर कार्टेशियन प्रोडक्ट के विच लिख सकते हैं। जो अपने को कार्टेशियन प्लेन पढ़ते हो, इज नथिंग बट सैट ऑफ ऑर्डर पेयर्स। एक्स की एलीमेंट होना चाहिए R का, वाई की एलीमेंट होना चाहिए R का। तो इस तरह अगर अपने को ये वाला कार्टेशियन प्लेन है तो सारे जिन्ने भी पॉइंट्स बनते हैं, ठीक है, इनू आप इस तरह ऑर्डर पेयर की फॉर्म च भी लिख सकते हैं। तो डैट इज़ ऑल अबाउट टूडेज लेक्चर। तो थैंक यू बेटा।